वाहेगुरु आवो संत प्यारे हो, अकथ की करह कहानी। करह कहानी अकथ केरी, कित दुआरे पाइयै। तन मन धन सब सौंप गुर को, हुकम मन्नै पाइयै। हुकम मन्निया हो गुरु केरा, गावहो सच्ची बाणी। कह नानक सुनहो संतहो, अकथ हो अकथ कहानी। कह नानक सुनहो संतहो, कथे हो अकथ कहानी। वाहिगुरु जी का खालसा, वाहिगुरु जी की फतेह। धन सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यारी गुरु सवारी साध संगत, अपार कृपा सतगुरां ने कीती है। जो आप जी इन्हां अमृत वेले दे दीवाना दी हाजरी भर रहे हो, लड़ीवार कथा विचार धन सतगुरु श्री गुरु अमरदास महाराज सच्चे पातशाह जी की पावन बाणी, श्री आनंद साहिब जी की विचार चल रही है। 8 पौड़ियां तक आप जी ने ये विचार सरवण की है। 9वीं पौड़ी का मूल पाठ आप जी ने हुणे सरवण किया है। की उपदेश की बख्शा की रहमतां सतगुरां ने इस पौड़ी के अंदर कीतियां ने, आपां अज विचारन का यतन करना है। आप जिन्ने भी गुरमुख प्यारे जुड़े हो, मनोबिरतियां नूं करो एकागर। सारे आखो जी सतनाम श्री वाहेगुरु साहिब जी। आवो संत प्यारे हो, अकथ की करह कहानी। साध संगत, सतगुरां ने जो विशा इस बाणी का लिया है, वो है आनंद की अवस्था नूं प्राप्त करना। कि जीवन दे विच आनंद जिहड़ा है वो आ सके, जीवन आनंदमई हो जाए। ते आनंदमई जीवन दे वास्ते अज दी इस 9वीं पौड़ी के अंदर सतगुरां ने बख्शिश की है। सतगुरां ने कहा है कि जे भाई जीवन दे विच तू आनंद प्राप्त करना है ना, तो उहदे वास्ते बड़ा जरूरी कारज है। वो कारज किहड़ा है? उस अकथ की कहानी करना। अकथ जिहड़ा कथिया ना जावे, ते कहानी का अर्थ हुंदा है साध संगत वारता। ते संसार दे उत्ते लोग कई तरह दीयां वारतावां जिहड़ियां वो करदे आ, कहानियां करदे आ। राजियां दीयां कहानियां, राणियां दीयां कहानियां। पंचतंत्र लिखिया गया जिहदे विच पशु पंछियां दीयां कहानियां ने, कई प्रकार दीयां कहानियां हुंदियां। तो मैं गल कह देवां कि कहानी एक भांडा हुंदी है, भांडा।
ਜਿਹਦੇ ਵਿੱਚ ਕਿਸੇ ਚੀਜ਼ ਨੂੰ ਪਾਇਆ ਜਾਂਦਾ ਹੈ। ਕਹਿਣ ਤੋਂ ਭਾਵ ਕਿ ਕੋਈ ਗੱਲ ਕਿਸੇ ਨੂੰ ਦੱਸਣੀ ਹੋਵੇ ਨਾ, ਉਹਦੇ ਵਾਸਤੇ ਇੱਕ ਕਹਾਣੀ ਬਣਾ ਕੇ ਸਮਝਾਈ ਜਾਵੇ ਤੇ ਸੌਖੀ ਸਮਝ ਆ ਜਾਂਦੀ ਹੈ। ਹੁਣ ਆਪਾਂ ਬੱਚੇ ਨੂੰ ਦੱਸਣਾ ਹੈ ਕਿ ਪੁੱਤਰ ਨੇਕ ਕੰਮ ਕਰਨਾ ਹੈ, ਜੀਵਨ ਦੇ ਵਿੱਚ ਨੇਕੀ ਕਮਾਉਣੀ ਹੈ, ਤੇ ਉਹਦੇ ਵਾਸਤੇ ਆਪਾਂ ਉਹਨੂੰ ਇੱਕ ਕਹਾਣੀ ਸੁਣਾ ਦਈਏ ਤੇ ਉਹ ਚੰਗੀ ਤਰ੍ਹਾਂ ਸਮਝ ਜਾਂਦਾ ਹੈ। ਜੇ ਦੱਸਣਾ ਹੋਵੇ ਬੱਚੇ ਨੂੰ ਕਿ ਪੁੱਤਰ ਲਾਲਚ ਜੀਵਨ ਦੇ ਵਿੱਚ ਮਾੜਾ ਹੁੰਦਾ ਹੈ, ਤੇ ਉਹਦੇ ਵਾਸਤੇ ਆਪਾਂ ਵੀ ਕਹਾਣੀ ਪੜ੍ਹੀ ਹੈ ਲਾਲਚੀ ਕੁੱਤੇ ਵਾਲੀ। ਤੇ ਜਦੋਂ ਕਹਾਣੀ ਦੇ ਵਿੱਚ ਕਿਸੇ ਚੀਜ਼ ਨੂੰ ਪਰੋ ਕੇ ਕਿਸੇ ਨੂੰ ਦੱਸਿਆ ਜਾਂਦਾ ਹੈ ਤੇ ਉਹ ਉਹਦੇ ਜੀਵਨ ਦੇ ਵਿੱਚ ਘੜੀ ਜਾਂਦੀ ਹੈ, ਇੱਕ ਚੰਗੀ ਸਿੱਖਿਆ ਉਹਨੂੰ ਦੇ ਕੇ ਜਾਂਦੀ ਹੈ। ਇਸ ਕਰਕੇ ਜਿਹੜੀ ਕਹਾਣੀ ਸਾਧ ਸੰਗਤ ਹੁੰਦੀ ਹੈ, ਇੱਕ ਭਾਂਡੇ ਦੀ ਤਰ੍ਹਾਂ ਦੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਕਿਸੇ ਸ਼ਬਦਾਂ ਨੂੰ ਪਾ ਕੇ ਕਿਸੇ ਨੂੰ ਦੱਸ ਸਕਦੇ ਹਾਂ ਕਿ ਜੀਵਨ ਦੇ ਵਿੱਚ ਕਿਵੇਂ ਤੂੰ ਚੱਲੇਗਾ। ਤੇ ਸੰਸਾਰ ਦੇ ਉੱਤੇ ਹੋਰ ਕਹਾਣੀਆਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਇੱਕ ਅਕਥ ਨੂੰ ਕਥਨਾ ਮਨੁੱਖ ਦੇ ਲਈ ਬੜਾ ਔਖਾ ਹੈ। ਹੁਣ ਜਿਹਦਾ ਸ਼ਬਦ ਹੀ ਮਾਲ ਨੇ ਅਕਥ ਲਿਖ ਦਿੱਤਾ, ਤੇ ਇੱਕ ਹੁੰਦਾ ਕਥਨ ਕਰਨਾ, ਕਥ ਭਾਵ ਜਿਹਨੂੰ ਸਮਝ ਲੈਣਾ, ਜਾਣ ਲੈਣਾ, ਤੇ ਜਿਹਦੇ ਵਾਸਤੇ ਮਹਾਰਾਜ ਨੇ ਸ਼ਬਦ ਹੀ ਇਕੱਠ ਵਰਤ ਲਿਆ ਹੋਵੇ ਤੇ ਉਹਨੂੰ ਤੇ ਜਾਣਨਾ ਬਹੁਤ ਔਖਾ ਹੋਵੇਗਾ ਨਾ। ਤੇ ਸਾਧ ਸੰਗਤ ਤੇ ਆਮ ਮਨੁੱਖ ਜੇ ਕਵੇ ਮੈਂ ਆਪਣੇ ਤੌਰ ਦੇ ਉੱਤੇ ਪਰਮਾਤਮਾ ਨੂੰ ਕੱਥ ਲਵਾਂ, ਸਮਝ ਲਵਾਂ, ਉਹ ਨਹੀਂ ਜਾਣ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਉਹਦੇ ਵਾਸਤੇ ਮਹਾਰਾਜ ਨੇ ਰਸਤਾ ਵੀ ਅੱਜ ਇਸ ਪੌੜੀ ਦੇ ਅੰਦਰ ਦੱਸਿਆ ਕਿ ਰਸਤਾ ਕੀ ਹੈ, ਕਿਵੇਂ ਉਸ ਨੂੰ ਕਥਨ ਕੀਤਾ ਜਾਵੇ। ਹੈ ਅਕਥ ਪਰਮੇਸ਼ਰ ਅਕਾਲ ਪੁਰਖ। ਹੁਣ ਕੋਈ ਚੌਂਕੜਾ ਮਾਰ ਕੇ ਬੈਠ ਜਾਵੇ ਤੇ ਆਖੇ ਮੈਂ ਪਰਮੇਸ਼ਰ ਨੂੰ ਜਾਣ ਲਵਾਂ, ਸਮਝ ਲਵਾਂ, ਤੇ ਉਹਦੇ ਵਾਸਤੇ ਬੜਾ ਔਖਾ ਹੈ। ਇਸੇ ਕਰਕੇ ਤੇ ਲੋਕ ਘਰ-ਬਾਰ ਛੱਡ ਕੇ ਚਲੇ ਗਏ ਕਿ ਪਰਮੇਸ਼ਰ ਨੂੰ ਲੱਭ ਲਈਏ, ਉਸ ਅਕਥ ਨੂੰ ਕੱਥ ਲਈਏ, ਸਮਝ ਲਈਏ। ਘਰ-ਬਾਰ ਛੱਡ ਦਿੱਤਾ, ਸਮਾਧੀਆਂ ਲਾ ਲਈਆਂ, ਜਲ ਸਮਾਧੀ ਕਰ ਲਈ, ਅਗਨ ਸਮਾਧੀ ਕਰ ਲਈ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਉਹ ਅਕਥ ਜਿਹੜਾ ਉਹ ਕਥਨ ਦੇ ਵਿੱਚ ਨਹੀਂ ਆਇਆ, ਸਮਝ ਨਹੀਂ ਲੱਗੀ ਉਹਦੀ। ਪ੍ਰਾਪਤ ਹੋ ਗਿਆ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਲੋਕਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ, ਪਰ ਅਕਥ ਤੋਂ ਦੂਰ ਹੋ ਗਏ। ਕਿਉਂ? ਕਿਉਂਕਿ ਉਹ ਕੱਥ ਕਥਨ 'ਚ ਨਹੀਂ ਆਇਆ, ਸਮਝ 'ਚ ਨਹੀਂ ਆਇਆ। ਤੇ ਸਤਿਗੁਰਾਂ ਨੇ ਕਿਹਾ ਭਾਈ ਇਹ ਕੱਥ ਦੀਆਂ ਕਹਾਣੀਆਂ ਕਰਨੀਆਂ, ਤੇ ਉਹ ਕਹਾਣੀ ਕਰਨ ਦਾ ਢੰਗ ਵੀ ਮਹਾਰਾਜ ਨੇ ਦੱਸਿਆ। ਪਹਿਲੀ ਪੰਕਤੀ ਦੇ ਅੰਦਰ ਮਹਾਰਾਜ ਨੇ ਇੱਕ ਆਵਾਜ਼ ਮਾਰੀ ਹੈ ਕਿ ਆਵੋ ਸੰਤ ਪਿਆਰੇ ਹੋ, ਹੇ ਸੰਤ ਜਨੋ, ਗੁਰਮੁਖ ਜਨੋ, ਨਾਮ ਜਪਣ ਵਾਲਿਓ, ਸਤ ਸੰਗਿਓ ਆਵੋ। ਕਿਉਂ ਆਈਏ ਜੀ? ਕੱਥ ਕੀ ਕਰੇ ਕਹਾਣੀ, ਆਓ ਬੈਠੀਏ ਤੇ ਉਸ ਕੱਥ ਦੀਆਂ ਕਹਾਣੀਆਂ ਕਰੀਏ। ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹੜਾ ਕਥਨ ਦੇ ਵਿੱਚ ਨਹੀਂ ਆਉਂਦਾ, ਉਹਦੀਆਂ ਕਹਾਣੀਆਂ ਕਰਨੀਆਂ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਕਹਿੰਦੇ ਉਸ ਅਕਥ ਦੀਆਂ ਕਹਾਣੀਆਂ ਕਰਨੀਆਂ ਨੇ, ਉਸ ਵਾਹਿਗੁਰੂ ਦੀਆਂ ਕਹਾਣੀਆਂ ਕਰਨੀਆਂ ਨੇ, ਪਰ ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ? ਕਿਤ ਦੁਆਰੇ ਪਾਈਏ, ਕਿਵੇਂ ਉਹਦੀਆਂ ਕੱਥ ਦੀਆਂ ਕਹਾਣੀਆਂ ਕੀਤੀਆਂ ਜਾਣ? ਰਸਤਾ ਕੀ ਹੈ? ਹੁਣ ਮਨੁੱਖ ਹਰ ਚੀਜ਼ ਦਾ ਕੋਈ ਤਰੀਕਾ ਤੇ ਕੋਈ ਢੰਗ ਹੁੰਦਾ ਹੈ। ਸਾਧ ਸੰਗਤ, ਕੋਈ ਵੀ ਅਸੀਂ ਕਾਰਜ ਕਰਨਾ ਹੋਵੇ ਨਾ, ਉਹਦਾ ਇੱਕ ਤਰੀਕਾ ਹੁੰਦਾ ਹੈ ਕਰਨ ਦਾ, ਤੇ ਉਹਨੂੰ ਦੱਸਣ ਵਾਲਾ ਵੀ ਕੋਈ ਹੁੰਦਾ ਹੈ, ਕੋਈ ਗੁਰੂ, ਕੋਈ ਸਾਡਾ ਕਿਸੇ ਪ੍ਰਕਾਰ ਦਾ ਉਸਤਾਦ ਹੁੰਦਾ ਹੈ ਜਿਹੜਾ ਸਾਨੂੰ ਉਸ ਢੰਗ ਨੂੰ, ਉਸ ਤਰੀਕੇ ਨੂੰ ਕਰਨ ਦਾ ਸਾਨੂੰ ਜਾਂਚ ਦੱਸਦਾ ਹੈ ਕਿ ਇਸ ਪ੍ਰਕਾਰ ਜੇ ਤੂੰ ਇਹ ਕਾਰਜ ਕਰੇਗਾ ਤੇ ਤੇਰਾ ਕਾਰਜ ਸਫਲ ਹੋ ਜਾਏਗਾ। ਸੰਸਾਰ ਤੇ ਕੁਝ ਵੀ ਹੈ, ਟੀਚਰ ਹੈ, ਵਿਦਿਆਰਥੀ ਨੂੰ ਪੜ੍ਹਾਉਂਦਾ ਤੇ ਵਿਦਿਆਰਥੀ ਅੱਗੇ ਜਾ ਕੇ ਡਾਕਟਰ ਬਣਦਾ ਹੈ। ਟੀਚਰ ਵਿਦਿਆਰਥੀ ਨੂੰ ਪੜ੍ਹਾਉਂਦਾ ਹੈ ਤੇ ਚੰਗੀ ਤਰ੍ਹਾਂ ਪੜ੍ਹਦਾ ਹੈ ਤੇ ਅੱਗੇ ਜਾ ਕੇ ਉਹ ਇੰਜੀਨੀਅਰ ਬਣਦਾ ਹੈ।
ਕਹਿਣ ਤੋਂ ਭਾਵ ਸੰਸਾਰ ਦਾ ਵੀ ਜੇ ਕੋਈ ਵੀ ਕਾਰਜ ਮਨੁੱਖ ਨੇ ਕਰਨਾ ਹੈ, ਉਹਦੇ ਵਾਸਤੇ ਉਹਨੂੰ ਕਿਸੇ ਨਾ ਕਿਸੇ ਉਸਤਾਦ ਦੇ ਕੋਲੋਂ ਕੁਝ ਸਿੱਖਣਾ ਪਵੇਗਾ। ਹੁਣ ਅਕਥ ਦਾ ਰਸਤਾ ਬੜਾ ਔਖਾ ਹੈ, ਆਪਣੇ ਆਪ ਵੀ ਕਥਨ ਨਹੀਂ ਕਰ ਸਕਦਾ। ਮੈਂ ਪਹਿਲਾਂ ਵੀ ਆਪ ਜੀ ਨਾਲ ਉਹਨੇ ਬੇਨਤੀ ਕੀਤੀ ਕਿ ਕਈ ਨਿਕਲੇ ਆਪਣੇ ਆਪ ਕਥਨ ਕਰਨ ਵਾਸਤੇ, ਪਰ ਉਹਨਾਂ ਕੀ ਕੀਤਾ, ਜੰਗਲਾਂ ਦੇ ਵਿੱਚ ਰਹਿ ਗਏ। ਕੁਝ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ, ਕੁਝ ਖੱਪ ਕੇ ਫੇਰ ਘਰਾਂ ਨੂੰ ਵਾਪਸ ਆ ਗਏ। ਕੁਝ ਪ੍ਰਾਪਤ ਨਹੀਂ ਹੋਇਆ। ਕਿਉਂ ਪ੍ਰਾਪਤ ਨਹੀਂ ਹੋਇਆ? ਕਿਉਂਕਿ ਉਹਨਾਂ ਕੋਲ ਤਰੀਕਾ ਨਹੀਂ ਸੀ, ਢੰਗ ਨਹੀਂ ਸੀ। ਹੁਣ ਅਕਥ ਕੀ ਕਹਾਣੀ ਕਰਨੀ ਹੈ ਤੇ ਕਿਤ ਦੁਆਰੇ ਪਾਈਏ, ਕਿਵੇਂ ਉਹਨੂੰ ਪ੍ਰਾਪਤ ਕੀਤਾ ਜਾਵੇ, ਕਿਵੇਂ ਕਥ ਦੀ ਕਹਾਣੀ ਕੀਤੀ ਜਾਵੇ, ਰਸਤਾ ਕੀ ਹੈ? ਸਵਾਲ ਸਤਿਗੁਰਾਂ ਨੇ ਕੀਤਾ ਹੈ ਕਿ ਕਰੈ ਕਹਾਣੀ ਅਕਥ ਕੇਰੀ, ਇਹ ਆਓ ਬੈਠ ਕੇ ਆਪਾਂ ਕਥ ਦੀ ਕਹਾਣੀ ਕਰੀਏ। ਤੇ ਫਿਰ ਕਹਿ ਦਿੱਤਾ ਕਿਤ ਦੁਆਰੇ ਪਾਈਏ, ਕਿਵੇਂ ਪ੍ਰਾਪਤ ਕੀਤਾ ਜਾਵੇ, ਰਸਤਾ ਕੀ ਹੈ ਉਹਦਾ। ਤੇ ਹੁਣ ਅਗਲੀ ਪੰਕਤੀ ਦੇ ਅੰਦਰ ਉੱਤਰ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਰਹੇ ਨੇ। ਸਤਿਗੁਰ ਕਹਿੰਦੇ ਆ, ਤਨ ਮਨ ਧਨ ਸਭ ਸੌਂਪ ਗੁਰ ਕਾ, ਹੁਕਮ ਮੰਨਿਐ ਪਾਈਐ। ਰਸਤਾ ਦੱਸਿਆ ਹੈ ਸਤਿਗੁਰਾਂ ਨੇ। ਮਾਰੇ ਕਹਿੰਦੇ ਉਹ ਰਸਤਾ ਹੈ ਗੁਰੂ ਦੇ ਕੋਲ, ਉਹਦੇ ਕੋਲੋਂ ਤੂੰ ਅਕਥ ਦੀ ਕਹਾਣੀ ਸਿੱਖ ਸਕਦਾ ਹੈ, ਉਸ ਅਕਥ ਨੂੰ ਕਥਨ ਕਰ ਸਕਦਾ ਹੈ, ਉਹਨੂੰ ਜਪ ਸਕਦਾ ਹੈ, ਸਿਮਰ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ। ਉਹ ਰਸਤਾ ਤੈਨੂੰ ਗੁਰੂ ਦੇ ਕੋਲੋਂ ਮਿਲਣਾ ਹੈ। ਤੇ ਮਹਾਰਾਜ ਕੀ ਕਰਨਾ ਪਵੇਗਾ ਗੁਰੂ ਦੇ ਕੋਲ ਜਾ ਕੇ? ਤੇ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਤਨ ਆਪਣਾ ਅਰਪਣ ਕਰ ਦੇ ਗੁਰੂ ਨੂੰ, ਤਨ ਅਰਪਣ ਕਰ ਦੇ। ਹੁਣ ਤਨ ਕਿਵੇਂ ਗੁਰੂ ਨੂੰ ਅਰਪਣ ਕੀਤਾ ਜਾਵੇ? ਕਹਿੰਦੇ ਕਿ ਇਹ ਜਿਹੜਾ ਤਨ ਆ ਨਾ ਆਪਣਾ, ਜਿਹੜਾ ਇਹ ਗੁਰੂ ਨੂੰ ਅਰਪਣ ਜੇ ਕੀਤਾ ਜਾਵੇ ਤੇ ਉਹਦਾ ਢੰਗ ਕੀ ਹੈ, ਕਿਵੇਂ ਅਰਪਣ ਕੀਤਾ ਜਾਵੇ? ਕੀ ਇਹ ਗੁਰੂ ਨੂੰ ਦੇ ਦਿੱਤਾ ਜਾਵੇ? ਇਸ ਸਰੀਰ ਨੂੰ ਗੁਰੂ ਦੇ ਅਨੁਸਾਰ ਹੀ ਢਾਲ ਲਿਆ ਜਾਵੇ ਤੇ ਜੀਵਨ ਸੁਚੱਜਾ ਹੋ ਸਕਦਾ ਹੈ। ਇੱਕ ਔਰੰਗਜ਼ੇਬ ਦੀ ਲੜਕੀ ਹੋਈ ਹੈ ਜਿਹਦਾ ਨਾਂ ਸੀ ਜੇਬ ਨਿਸ਼ਾ। ਕਹਿੰਦੇ ਕਿ ਇਹ ਸ਼ੀਸ਼ਾ ਬੜਾ ਦੇਖਦੀ ਹੁੰਦੀ ਸੀ, ਚਿਹਰਾ ਬੜਾ ਦੇਖਦੀ ਹੁੰਦੀ ਸੀ। ਵਾਰ-ਵਾਰ ਇਹਨੇ ਸ਼ੀਸ਼ਾ ਤੱਕਣਾ, ਸੁੰਦਰਤਾ ਨੂੰ ਦੇਖਣਾ ਆਪਣੀ ਨੂੰ। ਤੇ ਜਿਹੜੀ ਇਹਦੀ ਗੋਲੀ ਸੀ ਉਹ ਬਜ਼ੁਰਗ ਸੀ ਕਾਫੀ, ਜਿਹੜੀ ਇਹਦੀ ਸੇਵਾਦਾਰ ਸੀ। ਇਹਨੇ ਆਵਾਜ਼ ਮਾਰਨੀ, ਉਹਨੇ ਸ਼ੀਸ਼ਾ ਲੈ ਕੇ ਆਉਣਾ, ਇਹਨੇ ਚਿਹਰਾ ਤੱਕਣਾ ਤੇ ਬੜੀ ਖੁਸ਼ ਹੋਣਾ। ਜਵਾਨ ਹੁਣ ਜਿਹੜਾ ਜਵਾਨ ਹੁੰਦਾ ਹੈ ਉਹ ਵਾਰ-ਵਾਰ ਆਪਣੇ ਆਪ ਨੂੰ ਸ਼ੀਸ਼ੇ 'ਚ ਤੱਕ ਕੇ ਆਪਣੀ ਸੁੰਦਰਤਾ, ਆਪਣੀ ਜਵਾਨੀ ਦੇਖ ਕੇ ਬੜਾ ਖੁਸ਼ ਹੁੰਦਾ, ਭਾਵੇਂ ਕੋਈ ਵੀ ਹੋਵੇ। ਤੇ ਉਹਨੇ ਆਪਣੇ ਆਪ ਨੂੰ ਜਦੋਂ ਦੇਖਣਾ ਸ਼ੀਸ਼ੇ 'ਚ ਤੇ ਬੜੀ ਸੁੰਦਰਤਾ ਆਪਣੀ ਵੇਖਣੀ ਤੇ ਬੜਾ ਖੁਸ਼ ਹੋਣਾ। ਇੱਕ ਦਿਨ ਉਹਨੇ ਆਵਾਜ਼ ਮਾਰੀ ਆਪਣੀ ਦਾਸੀ ਨੂੰ, ਕਹਿੰਦੀ ਦਾਸੀ ਸ਼ੀਸ਼ਾ ਲੈ ਕੇ ਆ। ਉਹ ਜਦੋਂ ਸ਼ੀਸ਼ਾ ਲੈਣ ਗਈ ਤੇ ਲੈ ਕੇ ਆ ਰਹੀ ਹੈ ਤੇ ਰਸਤੇ 'ਚ ਹੋਇਆ ਕਿ ਸ਼ੀਸ਼ਾ ਉਹਦੇ ਹੱਥੋਂ ਡਿੱਗ ਪਿਆ, ਟੁੱਟ ਗਿਆ। ਸ਼ੀਸ਼ਾ ਟੁੱਟ ਗਿਆ, ਉਹ ਵਿਚਾਰੀ ਗਾਹ ਨਾ ਆਵੇ, ਕਮਰੇ 'ਚ ਵੜੇ ਨਾ। ਉਹਨੇ ਆਵਾਜ਼ ਮਾਰੀ ਦਾਸੀ ਨੂੰ, ਕਹਿੰਦੀ ਕਿ ਜਲਦੀ ਆ ਸ਼ੀਸ਼ਾ ਲੈ ਕੇ, ਤੈਨੂੰ ਮੇਰੀ ਆਵਾਜ਼ ਨਹੀਂ ਸੁਣਦੀ। ਜਦੋਂ ਫੇਰ ਨਾ ਆਈ, ਫੇਰ ਉਹਨੇ ਥੋੜਾ ਗੁੱਸੇ ਦੇ ਨਾਲ ਕਿਹਾ ਤੇ ਉਹ ਬਜ਼ੁਰਗ ਔਰਤ ਹੱਥ ਜੋੜ ਕੇ ਉਹਦੇ ਅੱਗੇ ਜਾ ਕੇ ਰੋਣ ਲੱਗ ਗਈ। ਉਹਨੇ ਕਿਹਾ ਕੀ ਗੱਲ ਹੈ, ਰੋਣੀ ਕਾਤੋਂ ਆ ਤੇ ਸ਼ੀਸ਼ਾ ਕਿਉਂ ਨਹੀਂ ਲੈ ਕੇ ਆਈ? ਉਹ ਕਹਿੰਦੀ ਮੈਂ ਰੋਣੀ ਤਾਂ ਕਰਕੇ ਆ ਕਿ ਜੋ ਮੇਰੇ ਕੋਲੋਂ ਕਾਰਜ ਹੋਇਆ, ਜੋ ਕੰਮ ਮੈਂ ਕੀਤਾ ਨਾ, ਉਹਦੇ ਵਾਸਤੇ ਤੂੰ ਮੈਨੂੰ ਕਦੀ ਮਾਫ ਨਹੀਂ ਕਰੇਂਗੀ। ਉਹ ਕਹਿੰਦੀ ਦੱਸ ਦੇ ਸਹੀ ਹੋਇਆ ਕੀ ਹੈ, ਕੀ ਹੋਇਆ ਤੇਰੇ ਨਾਲ ਜੋ ਤੂੰ ਰੋਣੀ ਪਈ ਹੈ? ਉਹ ਕਹਿੰਦੀ ਤੇਰੀ ਸਭ ਤੋਂ ਪਿਆਰੀ ਚੀਜ਼ ਜਿਹੜਾ ਸ਼ੀਸ਼ਾ ਹੈ ਨਾ ਤੇਰਾ, ਉਹ ਮੈਂ ਤੋੜ ਦਿੱਤਾ, ਉਹ ਮੇਰੇ ਹੱਥੋਂ ਡਿੱਗ ਪਿਆ ਤੇ ਟੁੱਟ ਗਿਆ। ਕਹਿੰਦੇ ਉਹ ਜੇਬ ਨਿਸ਼ਾ ਜਿਹੜੀ ਸੀ ਉਹਨੇ ਉਸ ਬਜ਼ੁਰਗ ਔਰਤ ਦੇ ਚਿਹਰੇ ਵੱਲ ਦੇਖਿਆ ਤੇ ਉਹਨੂੰ ਆਪਣੇ ਗਲ ਨਾਲ ਲਾ ਲਿਆ। ਉਹਨੂੰ ਕਹਿੰਦੀ ਚੰਗਾ ਕੀਤਾ ਤੂੰ ਸ਼ੀਸ਼ਾ ਤੋੜ ਦਿੱਤਾ, ਨਹੀਂ ਤੇ ਮੈਂ ਸ਼ੀਸ਼ਾ ਦੇਖਣ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਲੰਘਾ ਦੇਣੀ ਸੀ ਤੇ ਉਸ ਅੱਲਾ ਨੂੰ, ਉਸ ਵਾਹਿਗੁਰੂ ਨੂੰ ਯਾਦ ਹੀ ਨਹੀਂ ਸੀ ਕਰਨਾ। ਕਿਉਂ? ਕਿਉਂਕਿ ਇਸ ਤਨ ਦਾ ਮਾਣ ਬੜਾ ਹੁੰਦਾ ਹੈ, ਹੰਕਾਰ ਬੜਾ ਹੁੰਦਾ ਮਨੁੱਖ ਨੂੰ।
ਤਾਕਤ ਦਾ, ਸੁੰਦਰਤਾ ਦਾ ਜਿਹੜਾ ਮਾਣ ਹੈ ਨਾ, ਇਹ ਬੜਾ ਵੱਡਾ ਹੰਕਾਰ ਹੈ ਮਨੁੱਖ ਨੂੰ। ਸ਼ਾਇਦ ਮਨੁੱਖ ਕਹਿੰਦਾ ਹੈ ਕਿ ਜੇ ਜੀਵਨ ਦੇ ਵਿੱਚ ਮੇਰੇ ਜਵਾਨੀ ਆ ਗਈ ਹੈ ਤੇ ਸ਼ਾਇਦ ਮੇਰੇ ਵਰਗਾ ਹੋਰ ਕੋਈ ਨਹੀਂ ਹੈ। ਪਰ ਜਿਹੜਾ ਗੁਰਮੁਖ ਪਿਆਰਾ ਹੁੰਦਾ ਹੈ ਉਹ ਕਹਿੰਦਾ ਹੈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਇਹ ਅਵਸਥਾ ਆ ਜੇ ਜੀਵਨ ਦੇ ਵਿੱਚ। ਇਸ ਪ੍ਰਕਾਰ ਜੇ ਮਨੁੱਖ ਜੀਵਨ ਦੇ ਆਪਣੇ ਇਸ ਤਨ ਨੂੰ ਉਸ ਗੁਰੂ ਦੇ ਅੱਗੇ ਅਰਪਣ ਕਰ ਦੇਵੇ, ਗੁਰੂ ਨੂੰ ਦੇ ਦੇਵੇ ਕਿ ਗੁਰੂ ਨੇ ਹੀ ਦਿੱਤਾ ਹੈ ਤਨ, ਜਿਹੋ ਜਿਹਾ ਉਹਨੇ ਦਿੱਤਾ ਹੈ ਭਲਾ ਹੈ, ਤੇ ਫਿਰ ਉਹਦਾ ਕੁਛ ਨਾ ਕੁਛ ਬਣ ਸਕਦਾ ਹੈ। ਫਿਰ ਉਹ ਗੁਰੂ ਨੂੰ ਅਰਪਣ ਹੋ ਕੇ ਕਥ ਦੀ ਕਹਾਣੀ ਕਥਨ ਕਰ ਸਕਦਾ ਹੈ। ਦੂਸਰਾ ਸਤਿਗੁਰਾਂ ਨੇ ਵਰਤਿਆ ਹੈ ਮਨ। ਤੇ ਮਨ ਨੂੰ ਸਾਧ ਸੰਗਤ ਗੁਰਬਾਣੀ ਦੇ ਅੰਦਰ ਜਗ੍ਹਾ ਜਗ੍ਹਾ ਸਤਿਗੁਰਾਂ ਨੇ ਸਮਝਾਇਆ ਹੈ। ਹਰ ਜਗ੍ਹਾ ਦੇ ਉੱਤੇ ਮਨ ਨੂੰ ਬੜਾ ਸੰਬੋਧਨ ਕੀਤਾ। ਇਹ ਮਨ ਚੰਚਲਾ, ਅਗਲੀ ਪੰਕਤੀ ਵਾਹਿਗੁਰੂ ਅਗਲੀ ਪੌੜੀ ਦੇ ਵਿੱਚ ਵੀ ਆਏਗਾ। ਇਸੇ ਪ੍ਰਕਾਰ ਆਪਾਂ ਪਿਛਲੇ ਦਿਨਾਂ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਲੋਕਾਂ ਦੀ ਵਿਆਖਿਆ ਵੀ ਕੀਤੀ ਹੈ। ਉਹਦੇ ਵਿੱਚ ਵੀ ਮਹਾਰਾਜ ਨੇ ਸਮਝਾਇਆ ਹੈ, ਮਨ ਨੂੰ ਸਮਝਾਇਆ ਹੈ ਜ਼ਿਆਦਾਤਰ। ਕਹੋ ਨਾਨਕ ਸੁਨ ਰੇ ਮਨਾ, ਵਾਰ-ਵਾਰ ਮਹਾਰਾਜ ਨੇ ਸਮਝਾਇਆ। ਕਿਉਂ? ਕਿਉਂਕਿ ਮਨ ਜਿਹੜਾ ਹੈ ਗੁਰੂ ਵਾਲਾ ਨਹੀਂ ਬਣਦਾ। ਜਿੰਨਾ ਚਿਰ ਮਨ ਗੁਰੂ ਵਾਲਾ ਨਹੀਂ ਬਣੇਗਾ ਤੇ ਉਹਨਾਂ ਚਿਰ ਗੱਲ ਨਹੀਂ ਬਣਨੀ। ਇਸੇ ਪ੍ਰਕਾਰ ਕਹਿੰਦੇ ਕਿ ਇੱਕ ਵਾਰ ਇੱਕ ਰਾਜੇ ਨੇ ਐਲਾਨ ਕਰ ਦਿੱਤਾ ਹੈ। ਉਹਨੇ ਕਹਿ ਦਿੱਤਾ, ਕਹਿੰਦਾ ਕਿ ਮੈਂ ਉਹਨੂੰ ਗੁਰੂ ਧਾਰਨ ਕਰਾਂਗਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖਣ ਤੋਂ ਪਹਿਲੋਂ ਗੁਰੂ ਉਪਦੇਸ਼ ਦੇ ਦੇਵੇ। ਹੁਣ ਜਿਹੜਾ ਵੀ ਆਉਂਦਾ ਉਹਦੇ ਕੋਲ ਕਹਿੰਦਾ ਮੈਂ ਉਹਨੂੰ ਉਪਦੇਸ਼ ਦਿੰਦਾ, ਰਾਜੇ ਨੂੰ ਹਾਰ ਜਾਂਦਾ ਹੈ। ਇਸੇ ਪ੍ਰਕਾਰ ਕਹਿੰਦੇ ਅਸ਼ਟਾਵਕਰ ਨਾਂ ਦਾ ਇੱਕ ਸਾਧੂ ਜਿਹੜਾ ਉਸ ਸਮੇਂ ਮੰਨਿਆ ਪਰਮੰਨਿਆ ਸੀ। ਅਸ਼ਟਾਵਕਰ, ਇਹਦੇ ਸਰੀਰ ਦੇ ਵਿੱਚ 8 ਵਲ ਪੈਂਦੇ ਸਨ, ਇਸ ਕਰਕੇ ਇਹਨੂੰ ਅਸ਼ਟਾਵਕਰ ਕਿਹਾ ਜਾਂਦਾ ਸੀ। ਇਹ ਅਸ਼ਟਾਵਕਰ ਉਸ ਰਾਜੇ ਦੀ ਕਚਹਿਰੀ 'ਚ ਆਇਆ। ਸਾਰਿਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਇਹਨੇ ਉੱਥੇ ਕਿਹਾ ਸੀ, ਕਹਿੰਦਾ ਰਾਜਨ, ਮੈਂ ਤਾਂ ਸੁਣਿਆ ਸੀ ਇਸੇ ਵਿਦਵਾਨਾਂ ਦੀ ਇੱਥੇ ਕਥਾ ਲੱਗੀ ਹੈ, ਵਾਹਿਗੁਰੂ ਵਿਦਵਾਨ ਇਕੱਠੇ ਹੋਏ ਆ, ਪਰ ਮੈਨੂੰ ਤੇ ਲੱਗਦਾ ਇੱਥੇ ਚੰਮ ਨੂੰ ਵੇਖਣ ਵਾਲੇ ਇਕੱਠੇ ਹੋਏ ਆ। ਇੱਥੇ ਉਹਨੇ ਕਿਹਾ ਚਮਿਆਰ ਇਕੱਠੇ ਹੋਏ ਮੈਨੂੰ ਲੱਗਦਾ। ਸਾਰੇ ਚੁੱਪ ਕਰ ਗਏ। ਕਹਿੰਦਾ ਸਾਰੇ ਚੰਮ ਵੇਖਦੇ ਆ, ਮੇਰਾ ਸਰੀਰ ਵੇਖਦੇ ਆ, 8 ਵਲ ਪੈਂਦੇ ਆ, ਪਰ ਮੇਰਾ ਗਿਆਨ ਕਿੰਨਾ ਉਹ ਤੇ ਕਿਸੇ ਨੇ ਦੇਖਿਆ ਹੀ ਨਹੀਂ। ਚਲੋ ਰਾਜੇ ਨੇ ਕਿਹਾ ਤੂੰ ਕਿੱਧਰ ਆਇਆ, ਤੂੰ ਦੱਸ ਮੈਨੂੰ ਉਪਦੇਸ਼ ਦੇ ਸਕਦਾ ਹੈ? ਉਹ ਕਹਿੰਦਾ ਰਾਜਨ, ਮੈਂ ਤੈਨੂੰ ਉਪਦੇਸ਼ ਦੇ ਸਕਦਾ ਹੈ, ਪਰ ਸਭ ਤੋਂ ਪਹਿਲਾਂ ਮੈਂ ਤੇਰੇ ਕੋਲੋਂ ਗੁਰੂ ਦਖਣਾ ਲਵਾਂਗਾ। ਉਪਦੇਸ਼ ਦੇਣ ਤੋਂ ਪਹਿਲਾਂ ਗੁਰੂ ਦਖਣਾ ਲਵਾਂਗਾ। ਕਹਿੰਦਾ ਕੀ ਗੁਰੂ ਦਖਣਾ ਲਓਗੇ? ਕਹਿੰਦਾ ਤੇਰੇ ਕੋਲ 3 ਚੀਜ਼ਾਂ ਨੇ, ਤਨ, ਮਨ ਤੇ ਧਨ। ਇਹਨਾਂ 3 ਚੀਜ਼ਾਂ ਦੇ ਵਿੱਚੋਂ ਇੱਕ ਮੈਨੂੰ ਦੇ ਦੇ, ਮੈਂ ਤੈਨੂੰ ਉਪਦੇਸ਼ ਦੇਵਾਂਗਾ। ਰਾਜਾ ਕਹਿੰਦਾ ਠੀਕ ਹੈ, ਪਰ ਮੈਂ ਆਪਣੀ ਘਰਵਾਲੀ ਨਾਲ ਸਲਾਹ ਕਰ ਲਵਾਂ। ਗਿਆ ਆਪਣੀ ਘਰਵਾਲੀ ਕੋਲ। ਕਹਿੰਦਾ ਇੱਕ ਆਇਆ ਮੈਨੂੰ ਉਪਦੇਸ਼ ਦੇਣ ਵਾਸਤੇ, ਮੇਰਾ ਗੁਰੂ ਬਣਨ ਵਾਸਤੇ। ਉਹਨੇ ਮੇਰੇ ਕੋਲੋਂ 3 ਚੀਜ਼ਾਂ ਮੰਗੀਆਂ, ਤਨ, ਮਨ ਤੇ ਧਨ। ਤੂੰ ਦੱਸ ਕਿਹੜੀ ਚੀਜ਼ ਉਹਨੂੰ ਦਿੱਤੀ ਜਾਵੇ। ਦੋਵੇਂ ਜਾਣੇ ਸਲਾਹ ਕਰਦੇ। ਕਹਿੰਦੇ ਜੇ ਤਨ ਦੇ ਦਿੱਤਾ ਤੇ ਕੀ ਪਤਾ ਇਹਦੀ ਪਤਨੀ ਕਹਿੰਦੀ ਕਿ ਮੇਰੇ ਕੋਲ ਤੁਹਾਨੂੰ ਰਹਿਣ ਦੇਵੇ ਕਿ ਨਾ ਰਹਿਣ ਦੇਵੇ, ਕਹਿ ਦੇਵੇ ਜੰਗਲਾਂ ਵਿੱਚ ਚਲਾ ਜਾ, ਕੀ ਕਰੋਗੇ ਤੁਸੀਂ? ਤੇ ਜੇ ਧਨ ਦੇ ਦਿੱਤਾ ਤੇ ਆਪਣਾ ਰਾਜਪਾਟ ਇੰਨਾ ਹੈ ਕਿ ਸਾਰਾ ਧਨ ਰਾਜਪਾਟ ਇਹਦਾ ਹੋ ਜਾਵੇਗਾ। ਤੇ ਇੱਕ ਮਨ ਹੀ ਹੈ ਤੁਹਾਡਾ ਜਿਹੜਾ ਇਹਨੂੰ ਦੇ ਦਿਓ, ਮਨ ਦੇ ਦਿਓ ਆਪਣਾ। ਅਸ਼ਟਾਵਕਰ ਜੀ ਕਹਿੰਦਾ ਹੈ ਮਨ ਹੀ ਹੈ, ਕੋਈ ਗੱਲ ਨਹੀਂ, ਮਨ ਦੀ ਕੋਈ ਗੱਲ ਨਹੀਂ, ਤੁਸੀਂ ਮਨ ਨੂੰ ਦੇ ਦਿਓ। ਤੇ ਰਾਜੇ ਨੇ ਜਾ ਕੇ ਕਿਹਾ ਉਹਨੂੰ, ਕਹਿੰਦਾ ਅਸ਼ਟਾਵਕਰ ਜੀ ਮੈਂ ਤੁਹਾਨੂੰ ਆਪਣਾ ਮਨ ਦਿੱਤਾ, ਹੁਣ ਮੈਨੂੰ ਉਪਦੇਸ਼ ਦਿਓ। ਕਹਿੰਦਾ ਚੱਲ ਫਿਰ ਤੈਨੂੰ ਮੈਂ ਉਪਦੇਸ਼ ਦਿੰਦਾ ਹੈ। ਜਦੋਂ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖਣ ਲੱਗਾ ਤੇ ਉਸੇ ਵੇਲੇ ਅਸ਼ਟਾਵਕਰ ਨੇ ਕਹਿ ਦਿੱਤਾ, ਰਾਜਨ ਤੂੰ ਘੋੜੇ ਦੀ ਰਕਾਬ ਦੇ ਵਿੱਚ ਪੈਰ ਨਾ ਰੱਖ। ਕਹਿੰਦਾ ਕਿਉਂ ਨਾ ਰੱਖਾਂ? ਕਹਿੰਦਾ ਮੇਰਾ ਮਨ ਕਹਿੰਦਾ ਤੂੰ ਨਾ ਰੱਖ। ਕਿਉਂ? ਕਿਉਂਕਿ ਤੂੰ ਮਨ ਮੈਨੂੰ ਦੇ ਦਿੱਤਾ, ਤੂੰ ਮਨ ਮੈਨੂੰ ਦੇ ਦਿੱਤਾ, ਇਸੇ ਕਰਕੇ ਤੂੰ ਹੁਣ ਮੇਰੇ ਅਨੁਸਾਰ ਚੱਲੇਗਾ। ਜਿਵੇਂ ਮੈਂ ਕਵਾਂਗਾ, ਜੋ ਮੇਰਾ ਮਨ ਕਵੇਗਾ ਉਹਦੇ ਅਨੁਸਾਰ ਚੱਲੇਗਾ ਤੇ ਫਿਰ ਮੈਂ ਤੈਨੂੰ ਕੁਝ ਦੇ ਸਕਦਾ,
ਫਿਰ ਉਪਦੇਸ਼ ਦੇ ਸਕਦਾ। ਇਸੇ ਕਰਕੇ ਜੇ ਗੁਰੂ ਨੂੰ ਮਨ ਦੇ ਦਈਏ ਤੇ ਗੁਰੂ ਸਾਰਾ ਕੁਝ ਸਾਨੂੰ ਦੇ ਸਕਦਾ। ਮਨ ਗੁਰੂ ਨੂੰ ਦੇ ਦਿੱਤਾ ਜਾਵੇ। ਕਿਉਂ? ਵਿਕਾਰ ਜਿੰਨੇ ਵੀ ਹਨ, ਕਿਸੇ ਸਿਆਣੇ ਪੁਰਸ਼ ਨੇ ਆਖਿਆ, ਕਹਿੰਦਾ ਕਿ ਜੇ ਕਿਤੇ ਮਨੁੱਖ ਇੱਕ ਕਾਪੀ ਤੇ ਪੈਨ ਲੈ ਕੇ ਲਿਖਣ ਲੱਗ ਜਾਵੇ ਨਾ, ਦੱਸੇ ਨਾ ਕਿਸੇ ਨੂੰ, ਲਿਖੇ ਕਿ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲੋਂ ਮੈਂ ਕੀ ਕੁਝ ਸੋਚਿਆ ਸੀ, ਲਿਖੇ। ਕਹਿੰਦੇ ਉਹ ਮਨੁੱਖ ਆਪ ਲਿਖ ਕੇ ਜੇ ਕਿਤੇ ਪੜ੍ਹਨ ਲੱਗ ਜਾਵੇ ਨਾ ਤੇ ਉਹਨੂੰ ਪਤਾ ਲੱਗ ਜਾਏਗਾ ਮਨ ਦੇ ਵਿੱਚ ਕਿੰਨੇ ਕੁ ਵਿਕਾਰ ਹੈ, ਕਿ ਮੈਂ ਕਿੱਥੇ ਖਲੋਤਾ। ਵਿਕਾਰ ਬਹੁਤ ਨੇ ਮਨ ਦੇ ਅੰਦਰ। ਹਰ ਵੇਲੇ ਮਨ ਕਿਸੇ ਨਾ ਕਿਸੇ ਗੱਲ ਨੂੰ, ਕਿਸੇ ਨਾ ਕਿਸੇ ਵਿਕਾਰ ਨੂੰ ਲੈ ਕੇ ਬੈਠਾ ਰਹਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ, ਭਾਈ ਇਹ ਦੂਸਰੀ ਚੀਜ਼ ਹੈ ਮਨ, ਇਹ ਗੁਰੂ ਨੂੰ ਅਰਪਣ ਕਰ ਦਵੇ ਤੇ ਤੈਨੂੰ ਉਸ ਅਕਥ ਦੀ ਜਿਹੜੀ ਕਹਾਣੀ ਹੈ ਉਹ ਕਥਨ ਕਰਨ ਦੀ ਜਾਚ ਆ ਜਾਵੇਗੀ। ਹੁਣ ਸਾਧ ਸੰਗਤ ਅਗਲੀ ਚੀਜ਼ ਹੈ ਧਨ। ਹੁਣ ਧਨ ਗੁਰੂ ਨੂੰ ਕੀ ਅਰਪਣ ਕਰਨਾ ਹੈ? ਹੁਣ ਆਪਾਂ ਸਤਿਗੁਰਾਂ ਦੇ ਹਜ਼ੂਰ ਆਣ ਕੇ ਨਤਮਸਤਕ ਹੁੰਨੇ ਆ, ਕੁਝ ਮਾਇਆ ਗੁਲਕ 'ਚ ਵੀ ਪਾਉਂਦੇ ਆ, ਕੁਝ ਪਰਚੀ ਵੀ ਕਟਾਉਂਦੇ ਆ। ਗੁਰੂ ਘਰ ਦੇ ਅੰਦਰ ਅਸੀਂ ਕਈ ਪ੍ਰਕਾਰ ਦੀਆਂ ਦਰੀਆਂ ਆਦਿਕ ਵੀ ਲਿਆ ਕੇ ਆਉਂਦੇ ਆ, ਸਾਰਾ ਕੁਝ ਕਰਦੇ ਆ। ਇਹ ਧਨ ਗੁਰੂ ਨੂੰ ਕਿਵੇਂ ਅਰਪਣ ਕੀਤਾ ਜਾਵੇ, ਇਹਦੇ ਬਾਬਤ ਇੱਕ ਬੜੀ ਸੁੰਦਰ ਸਾਖੀ ਹੈ ਤਾਂ ਕਿ ਸਮਝ ਲੱਗ ਜਾਵੇ। ਕਹਿੰਦੇ ਕਿ ਇੱਕ ਰਾਜਾ ਤੇ ਇੱਕ ਫਕੀਰ ਕਿਸੇ ਸਮੇਂ ਦੋਵੇਂ ਜਾਣੇ ਨਾ ਆਪਸ ਦੇ ਵਿੱਚ ਮਿੱਤਰ ਸਨ। ਛੋਟੇ ਹੁੰਦਿਆਂ ਇਕੱਠੇ ਪੜ੍ਹੇ ਸਨ। ਇੱਕ ਰਾਜਾ ਬਣ ਗਿਆ ਤੇ ਦੂਸਰਾ ਜਿਹੜਾ ਸੀ ਉਹ ਫਕੀਰ ਬਣ ਗਿਆ। ਹੁਣ ਰਾਜੇ ਕੋਲ ਰਾਜ ਬਹੁਤ ਹੈ, ਰਾਜ ਕਰਦਾ ਹੈ ਰਾਜਾ, ਆਨੰਦ ਲੈਂਦਾ ਹੈ, ਪਰ ਮਨ ਦੇ ਵਿੱਚ ਉਹ ਸੰਤੁਸ਼ਟੀ ਨਹੀਂ ਹੈ ਜੋ ਹੋਣੀ ਚਾਹੀਦੀ ਸੀ। ਇੱਕ ਦਿਨ ਉਸ ਫਕੀਰ ਨੇ ਇਹਦੇ ਰਾਜ ਵੱਲ ਗੇੜਾ ਮਾਰਿਆ। ਕਹਿੰਦਾ ਮੇਰਾ ਮਿੱਤਰ ਹੈ, ਚੱਲ ਮਿਲ ਕੇ ਆਉਂਦੇ ਆ। ਮਿਲਿਆ ਉਹਨੂੰ ਆਣ ਕੇ ਤੇ ਫਕੀਰ ਨੂੰ ਉਹਨੇ ਆਪਣੀ ਮਨ ਦੀ ਗੱਲ ਦੱਸੀ। ਹੁਣ ਦੋਸਤ ਮਿੱਤਰ ਕੋਲੇ ਮਨ ਦੀ ਗੱਲ ਕਹੀ ਜਾਂਦੀ ਹੈ। ਉਹਨੇ ਕਿਹਾ, ਤੂੰ ਮੇਰਾ ਮਿੱਤਰ ਹੈ, ਤੂੰ ਬੜਾ ਆਨੰਦ 'ਚ ਲੱਗਦਾ ਹੈ, ਫਕੀਰ ਹੈ, ਤੇਰੇ ਕੋਲ ਕੁਝ ਵੀ ਨਹੀਂ, ਤੇ ਮੈਨੂੰ ਵੀ ਦੱਸ ਖਾਂ ਤੂੰ ਆਨੰਦ ਦੇ ਵਿੱਚ ਕਿਵੇਂ ਹੈ, ਮੈਨੂੰ ਵੀ ਦੱਸ ਇਹ ਤਰੀਕਾ ਢੰਗ, ਮੈਨੂੰ ਵੀ ਦੱਸ, ਮੈਂ ਵੀ ਆਨੰਦ ਪ੍ਰਾਪਤ ਕਰ ਲਵਾਂ ਜੋ ਤੇਰੇ ਕੋਲ ਹੈ। ਉਹ ਕਹਿੰਦਾ, ਰਾਜਨ ਕੰਮ ਇੱਕ ਕਰ, ਜੇ ਤੂੰ ਆਨੰਦ ਲੈਣਾ ਹੈ ਨਾ, ਇਹ ਜਿੰਨੀ ਵੀ ਪ੍ਰਾਪਰਟੀ ਜਾਇਦਾਦ ਹੈ ਨਾ ਤੇਰੀ, ਜੋ ਵੀ ਕੁਛ ਤੇਰੇ ਕੋਲ ਹੈ, ਜਿੰਨੀਆਂ ਤੇਰੀਆਂ ਹੱਦਾਂ ਦੂਰ ਦੂਰ ਤੱਕ ਰਾਜ ਦੀਆਂ, ਇਹ ਸਾਰੀਆਂ ਮੇਰੇ ਨਾਲ ਲਾ ਦੇ। ਉਹ ਕਹਿੰਦਾ ਐਵੇਂ ਕਿਵੇਂ ਕਰ ਲਾਂ? ਕਹਿੰਦਾ ਤੂੰ ਮੇਰੇ ਨਾਲ ਲਾ ਦੇ, ਮੈਂ ਫਕੀਰ ਹਾਂ ਤੇ ਕੋਈ ਗੱਲ ਨਹੀਂ, ਮੈਂ ਤੇਰੇ ਰਾਜ ਦੇ ਉੱਤੇ ਕਬਜ਼ਾ ਨਹੀਂ ਕਰਦਾ, ਤੂੰ ਰਾਜ ਕਰੀ ਜਾਈਂ, ਪਰ ਨਾ ਮੇਰੇ ਲਾ ਦੇ। ਕਹਿੰਦਾ ਚੱਲ ਠੀਕ ਹੈ। ਆਪਣੇ ਦੋਸਤ ਦੀ ਗੱਲ ਸੁਣ ਕੇ ਮਿੱਤਰਤਾਈ ਦੇ ਤੌਰ ਤੇ ਉਹਨੇ ਜਿੰਨਾ ਰਾਜ ਸੀ ਉਹਦੇ ਨਾਲ ਲਾਤਾ, ਫਕੀਰ ਦੇ ਨਾਲ ਲਾਤਾ। ਹੁਣ ਫਕੀਰ ਦੇ ਜਦੋਂ ਨਾਮ ਲਾਇਆ, ਫਕੀਰ ਕਹਿੰਦਾ ਕਿ ਹੁਣ ਤੁਸੀਂ ਮੈਨੂੰ ਇਹ ਦੱਸੋ ਵਾਹਿਗੁਰੂ। ਰਾਜਾ ਕਹਿੰਦਾ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਮੈਂ ਆਨੰਦ ਕਿਵੇਂ ਪ੍ਰਾਪਤ ਕਰਾਂ। ਕਹਿੰਦਾ ਹੁਣ ਮੈਂ ਚੱਲਿਆ ਆਇਆ ਵਾਪਸ ਜੰਗਲਾਂ ਦੇ ਵਿੱਚ ਆਪਣੀ ਫਕੀਰੀ ਲੈ ਕੇ, ਤੇ ਤੂੰ ਹੁਣ ਇੱਥੇ ਰਾਜ ਕਰ, ਪਰ ਇਹ ਗੱਲ ਯਾਦ ਰੱਖੀ ਕਿ ਰਾਜ ਮੇਰਾ ਆ, ਤੂੰ ਮੇਰੇ ਨਾਮ ਕੀਤਾ, ਇਹ ਗੱਲ ਯਾਦ ਰੱਖੀ। ਕਹਿੰਦਾ ਠੀਕ ਹੈ। ਉਹ ਚਲਾ ਗਿਆ ਵਾਪਸ ਤੇ ਫਿਰ ਸਾਲ ਕੁ ਬਾਅਦ ਮੁੜਿਆ ਤੇ ਉਹਨੇ ਆਣ ਕੇ ਦੇਖਿਆ ਰਾਜੇ ਦਾ ਚਿਹਰਾ ਕੁਝ ਹੋਰ, ਜੋ ਆਨੰਦ ਉਹਨੂੰ ਚਾਹੀਦਾ ਸੀ ਪ੍ਰਾਪਤ ਹੋ ਗਿਆ। ਉਸ ਫਕੀਰ ਨੇ ਆਣ ਕੇ ਪੁੱਛਿਆ, ਰਾਜਨ ਹੁਣ ਕੀ ਗੱਲ ਹੋ ਗਈ? ਹੁਣ ਤੇਰੇ ਚਿਹਰੇ ਤੇ ਉਹ ਲਾਲੀਆਂ, ਉਹ ਆਨੰਦ, ਉਹ ਅਵਸਥਾ ਤੈਨੂੰ ਪ੍ਰਾਪਤ ਹੋ ਗਈ, ਕੀ ਗੱਲ ਹੋ ਗਈ? ਕਹਿੰਦਾ ਅਸਲ ਦੇ ਵਿੱਚ ਅੱਗੇ ਹੁੰਦਾ ਕੀ ਸੀ ਕਿ ਜਦੋਂ ਮੇਰੇ ਰਾਜ ਦੀਆਂ ਹੱਦਾਂ ਘਟਦੀਆਂ ਸਨ, ਮੈਨੂੰ ਚਿੰਤਾ ਹੋ ਜਾਂਦੀ ਸੀ ਮੇਰੇ ਰਾਜ ਦੀਆਂ ਹੱਦਾਂ ਘਟ ਗਈਆਂ, ਤੇ ਕਹਿੰਦਾ ਜਦੋਂ ਵੱਧਦੀਆਂ ਸਨ ਮੈਨੂੰ ਖੁਸ਼ੀ ਹੁੰਦੀ ਸੀ ਮੇਰੇ ਰਾਜ ਦੀਆਂ ਹੱਦਾਂ ਵੱਧ ਗਈਆਂ। ਕਹਿੰਦਾ ਹੁਣ ਜਦੋਂ ਘਟਦੀਆਂ ਮੈਂ ਕਹਿੰਦਾ ਕਿ ਕੋਈ ਨਹੀਂ, ਫਕੀਰ ਦੇ ਰਾਜ ਦੀਆਂ ਹੱਦਾਂ ਘਟੀਆਂ, ਤੇ ਕਹਿੰਦਾ ਜਦੋਂ ਵੱਧਦੀਆਂ ਨੇ ਤਦੋਂ ਮੈਂ ਕਹਿੰਦਾ ਚੱਲ ਫਕੀਰ ਦੀਆਂ ਵਧੀਆਂ, ਮੇਰੀਆਂ ਥੋੜ੍ਹੀ ਵਧੀਆਂ। ਇਸੇ ਕਰਕੇ ਕਹਿੰਦਾ ਹੁਣ ਇਹ ਸਾਰਾ ਰਾਜ ਭਾਗ ਜੋ ਕੁਝ ਹੈ ਇਹ ਤੇਰਾ ਜਾਣ ਕੇ ਮੈਂ ਕਰਦਾ ਪਿਆ। ਇਸੇ ਕਰਕੇ ਕਹਿੰਦਾ ਹੁਣ ਮੈਨੂੰ ਸੰਤੁਸ਼ਟੀ ਹੈ ਕਿ ਨਾ ਮੇਰਾ ਕੁਝ ਜਾ ਰਿਹਾ ਤੇ ਨਾ ਮੇਰਾ ਕੁਝ ਆ ਰਿਹਾ। ਇਸੇ ਕਰਕੇ ਜਦੋਂ ਧਨ ਗੁਰੂ ਨੂੰ ਸੌਂਪ ਦੇਵਾਂਗੇ ਕਿ ਗੁਰੂ ਜੀ ਧਨ ਵੀ ਤੁਹਾਡਾ ਹੈ, ਤੇ ਫਿਰ ਇਹ ਮਨ ਦੇ ਵਿੱਚ ਸੰਤੁਸ਼ਟੀ ਆ ਜਾਵੇਗੀ ਕਿ ਜੇ ਘਟਦਾ ਹੈ ਤੇ ਤਾਂ ਵੀ ਗੁਰੂ ਦਾ ਹੈ, ਤੇ ਜੇ ਵੱਧਦਾ ਹੈ ਤੇ ਤਾਂ ਵੀ ਗੁਰੂ ਦਾ ਹੈ। ਫਿਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ। ਹੁਣ ਧਨ ਘਟਣ ਦੀ ਚਿੰਤਾ ਹੁੰਦੀ ਹੈ ਨਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਦਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋ ਬਵਸਥਾ ਤੇਜੋ ਮੁਕਤਾ ਸੋਈ ਸਹੇਲਾ ਭਾਲੀਏ ਮਹਾਰਾਜ ਨੇ ਕਿਹਾ।
ਹੁਣ ਜਦੋਂ ਘਟੇਗੀ ਤੇ ਕਵਾਂਗੇ ਫੇਰ ਕਿਹੜੀ ਗੱਲ ਹੈ, ਗੁਰੂ ਦੀ ਹੈ, ਘਟਦੀ ਹੈ ਤਾਂ। ਤੇ ਜੇ ਵਧੇਗੀ ਤੇ ਕਵਾਂਗੇ ਧੰਨ ਹੈ ਗੁਰੂ, ਉਹਨੇ ਵਧਾਈ ਹੈ। ਇਸੇ ਕਰਕੇ ਇਸ ਦਰ ਦੇ ਉੱਤੇ ਸਤਿਗੁਰ ਕਹਿੰਦੇ ਆ, ਤਨ ਮਨ ਧਨ ਸਭ ਸੌਂਪ ਗੁਰ ਕੋ। ਸੌਂਪਿਆ ਨਹੀਂ ਜਾਂਦਾ, ਸੌਂਪਣਾ ਬੜਾ ਔਖਾ ਹੈ। ਕਹਿੰਦੇ ਕੁਝ ਲੜਕੀਆਂ ਨਿਕਲੀਆਂ ਮੇਲਾ ਵੇਖਣ, ਤੇ ਜਦੋਂ ਮੇਲਾ ਵੇਖਣ ਗਈਆਂ ਤੇ ਉਹ ਲਲਾਰੀ ਦੇ ਕੋਲ ਪਹੁੰਚੀਆਂ। ਲਲਾਰੀ ਦੀ ਦੁਕਾਨ ਸੀ, ਉਹਨੂੰ ਕਹਿੰਦੀਆਂ ਸਾਡੇ ਦੁਪੱਟੇ ਰੰਗ ਦੇ। ਲਲਾਰੀ ਕਹਿੰਦਾ ਦੁਪੱਟੇ ਤੁਹਾਡੇ ਰੰਗ ਦੇਵਾਂਗਾ। ਉਹਨਾਂ ਸਾਰਾ ਭਾਅ ਕਰ ਲਿਆ, ਰੇਟ ਕਰ ਲਿਆ, ਕਿੰਨੇ ਦੀ ਇੱਕ ਚੁੰਨੀ, ਕਿੰਨੇ ਦਾ ਇੱਕ ਦੁਪੱਟਾ ਰੰਗੇਗਾ, ਸਾਰੀ ਗੱਲਬਾਤ ਹੋ ਗਈ। ਹੁਣ ਲਲਾਰੀ ਕਹਿੰਦਾ ਲਿਆਓ ਆਪਣੇ ਦੁਪੱਟੇ ਦਿਓ, ਤੇ ਇੰਨਾ ਟਾਈਮ ਤੁਹਾਡੇ ਦੁਪੱਟੇ ਰੰਗਣ ਨੂੰ ਲੱਗੇਗਾ। ਉਹ ਕਹਿੰਦੀਆਂ ਕਿ ਜੇ ਤੈਨੂੰ ਦੁਪੱਟੇ ਦੇ ਦਿੱਤੇ ਤੇ ਅਸੀਂ ਨੰਗੇ ਸਿਰ ਮੇਲਾ ਕਿਵੇਂ ਵੇਖਾਂਗੀਆਂ, ਅਸੀਂ ਤੈਨੂੰ ਦੁਪੱਟੇ ਨਹੀਂ ਦੇ ਸਕਦੀਆਂ। ਲਲਾਰੀ ਕਹਿੰਦਾ ਠੀਕ ਹੈ, ਤੁਸੀਂ ਮੈਨੂੰ ਦੁਪੱਟੇ ਨਹੀਂ ਦੇਣੇ, ਮੇਰੇ ਨਾਲ ਭਾਅ ਵੀ ਕਰ ਲਿਆ, ਰੇਟ ਵੀ ਕਰ ਲਿਆ, ਪੈਸੇ ਵੀ ਦੇ ਦਿਓਗੀਆਂ, ਪਰ ਜੇ ਦੁਪੱਟੇ ਨਾ ਦਿੱਤੇ ਤੇ ਰੰਗਾਂਗਾ ਮੈਂ ਕੀ, ਨਹੀਂ ਨਾ ਕੁਛ ਰੰਗ ਸਕਦਾ। ਇਹੀ ਹਾਲਤ ਸਾਡੀ ਹੈ। ਅਸੀਂ ਗੁਰੂ ਨੂੰ ਦਰੀਆਂ ਵੀ ਚੜਾਉਂਦੇ ਹਾਂ, ਗੁਰੂ ਅੱਗੇ ਮਾਇਆ ਵੀ ਦੇ ਸਕਦੇ ਹਾਂ, ਸਾਰਾ ਕੁਝ ਦੇ ਸਕਦੇ ਹਾਂ, ਪਰ ਗੁਰੂ ਨੂੰ ਆਪਾਂ ਨਹੀਂ ਸੌਂਪ ਸਕਦੇ। ਤੇ ਜਿੰਨਾ ਚਿਰ ਅਸੀਂ ਆਪਾਂ ਨਹੀਂ ਸੌਂਪਾਂਗੇ ਗੁਰੂ ਨੂੰ, ਤੇ ਉਹਨਾਂ ਚਿਰ ਗੱਲ ਵੀ ਨਹੀਂ ਬਣਨੀ। ਗੁਰੂ ਰੰਗੇਗਾ ਕੀ? ਨਾਮ ਦੀ ਰੰਗਤ ਤੇ ਫੇਰ ਹੀ ਚੜ੍ਹੇਗੀ ਨਾ, ਜੇ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦੇਵਾਂਗੇ। ਇਸੇ ਕਰਕੇ ਸਤਿਗੁਰੂ ਕਹਿੰਦੇ ਭਾਈ ਤਨ ਮਨ ਧਨ, ਇਹ ਤਿੰਨ ਚੀਜ਼ਾਂ ਸੌਂਪ ਗੁਰ ਕੋ, ਗੁਰੂ ਨੂੰ ਸੌਂਪ ਦੇ। ਫਿਰ ਕੀ ਕਰੀਏ? ਹੁਕਮ ਮੰਨਿਆ ਪਾਈਏ। ਹੁਕਮ ਮੰਨਣਾ ਹੈ ਗੁਰੂ ਦਾ, ਜੋ ਗੁਰੂ ਕਹਿੰਦਾ ਹੈ ਉਸ ਚੀਜ਼ ਨੂੰ ਮੰਨ ਲੈ। ਮੰਨ ਲੈ ਕੇ ਪੰਜ ਵਿਕਾਰਾਂ ਨੂੰ ਛੱਡਣਾ ਹੈ, ਮੰਨ ਲੈ ਕਿ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ, ਗੁਰੂ ਦੀ ਗੱਲ ਮੰਨਣੀ ਹੈ। ਇਸ ਗੱਲ ਨੂੰ ਮੰਨ ਲੈ, ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨ ਲੈ। ਜੋ ਗੁਰੂ ਕਹਿੰਦਾ ਹੈ ਉਹਨੂੰ ਆਪਣੇ ਜੀਵਨ 'ਚ ਧਾਰਨ ਕਰ ਲੈ। ਹੁਕਮ ਮੰਨਿਆ ਪਾਈਏ, ਫਿਰ ਤੈਨੂੰ ਪ੍ਰਾਪਤ ਹੋਵੇਗਾ। ਜਿਹਦੀ ਗੱਲ ਮਹਾਰਾਜ ਨੇ ਪਿਛਲੀ ਪੰਕਤੀ 'ਚ ਕੀਤੀ ਹੈ ਨਾ, ਕਿਤ ਦੁਆਰੇ ਪਾਈਏ, ਤੇ ਹੁਣ ਸਤਿਗੁਰੂ ਇੱਥੇ ਕਹਿੰਦੇ ਆ ਕਿ ਹੁਕਮ ਮੰਨਿਆ ਪਾਈਏ। ਪਾ ਸਕਦਾ ਹੈ ਜੇ ਹੁਕਮ ਮੰਨੇਗਾ ਗੁਰੂ ਦਾ। ਗੁਰੂ ਦਾ ਜੋ ਹੁਕਮ ਹੈ, ਜੋ ਗੁਰੂ ਨੇ ਕਿਹਾ ਹੈ, ਜੇ ਉਹਨੂੰ ਮੰਨ ਲਈਏ ਤੇ ਤੇਰਾ ਕੁਝ ਬਣ ਸਕਦਾ ਹੈ। ਫਿਰ ਕੱਥ ਦੀਆਂ ਕਹਾਣੀਆਂ ਤੂੰ ਕਰ ਸਕਦਾ ਹੈ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਣ ਹੁਕਮ ਹੈ ਕਿੱਥੇ? ਕਿੱਥੋਂ ਮੰਨਣਾ ਹੈ ਗੁਰੂ ਦਾ ਹੁਕਮ? ਤੇ ਸਤਿਗੁਰੂ ਕਹਿੰਦੇ ਆ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਦੇ ਵਿੱਚੋਂ ਗਾਉਣਾ ਹੈ ਗੁਰੂ ਨੂੰ। ਗੁਰੂ ਸੱਚੀ ਬਾਣੀ ਦੇ ਵਿੱਚ ਹੈ। ਸੱਚੀ ਬਾਣੀ ਕੀ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀ ਬਾਣੀ ਹੈ ਇਹ ਅਕਥਕੀਆਂ ਕਹਾਣੀਆਂ ਹੈ। ਸਾਧ ਸੰਗਤ, ਹੁਣ ਪਰਮੇਸ਼ਰ ਅਕਥ ਦੀਆਂ ਕਹਾਣੀਆਂ ਮਹਾਰਾਜ ਨੇ ਬਣਾ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਦੱਸੀਆਂ। ਹੁਣ ਫਰੀਦ ਸਾਹਿਬ ਜੀ ਕਹਿੰਦੇ ਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਕੋਇਲ ਬੋਲਦੀ ਥੋੜ੍ਹੀ ਹੈ, ਪਰ ਫਰੀਦ ਸਾਹਿਬ ਨੇ ਸਾਨੂੰ ਦੱਸਿਆ ਕਿ ਕੋਇਲ ਦੇ ਨਾਲ ਮੈਂ ਗੱਲ ਕੀਤੀ। ਇਹ ਕਹਾਣੀ ਇੱਕ ਬਣਾਈ ਹੈ ਨਾ ਫਰੀਦ ਸਾਹਿਬ ਨੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਉਂ ਬਿਰਹਿ ਜਾਲੀ। ਅੱਗੇ ਕੋਇਲ ਵੀ ਕਹਿੰਦੀ। ਸਾਨੂੰ ਉਪਦੇਸ਼ ਦਿੱਤਾ ਹੈ, ਕਹਾਣੀ ਇਕੱਠ ਹੈ ਪਰ ਕਥਨ ਕੀਤੀ ਹੈ ਇੱਕ ਕੋਇਲ ਦੇ ਦੁਆਰਾ। ਸਾਨੂੰ ਕਹਾਣੀਆਂ ਬਣਾ ਕੇ ਕਿਵੇਂ ਦੱਸੀਆਂ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਸ਼ਬਦ ਹੈ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੁਖੜੇ ਸੜਿਓਹੇ, ਨਾਨਕ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾ। ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਛੱਪੜ ਦੀ ਸਤਿਗੁਰਾਂ ਨੇ ਉਦਾਹਰਨ ਦਿੱਤੀ। ਇੱਕ ਛੱਪੜ ਕਹਿੰਦਾ ਹੈ, ਸਤਿਗੁਰੂ ਕਹਿੰਦੇ ਕਿ ਪੱਬਰ ਇਹ ਛੱਪੜ ਤੂੰ ਬੜਾ ਹਰਿਆ ਸੀ, ਤੇਰੇ ਆਸੇ ਪਾਸੇ ਫੁੱਲ ਖਿੜੇ ਸਨ, ਪਰ ਤੂੰ ਕਿਸ ਪ੍ਰਕਾਰ ਸੁੱਕ ਗਿਆ, ਕਾਲਾ ਕਿਵੇਂ ਹੋ ਗਿਆ? ਤੇ ਉਹ ਛੱਪੜ ਅੱਗੇ ਉੱਤਰ ਦਿੰਦਾ। ਹੁਣ ਛੱਪੜ ਉੱਤਰ ਥੋੜ੍ਹੀ ਦਿੰਦਾ, ਪਰ ਮਹਾਰਾਜ ਨੇ ਕੱਥ ਦੀ ਕਹਾਣੀ ਸਾਨੂੰ ਦੱਸਣੀ ਸੀ। ਉਹ ਕਹਾਣੀ ਬਣਾ ਕੇ ਮਹਾਰਾਜ ਨੇ ਦੱਸੀ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਤੇ ਛੱਪੜ ਅੱਗੇ ਉਹ ਕਹਿੰਦਾ ਹੈ ਕਿ ਮੈਂ ਆਪਣੇ ਮੂਲ ਨਾਲੋਂ ਟੁੱਟ ਗਿਆ, ਦਰਿਆ ਦੇ ਨਾਲੋਂ ਟੁੱਟ ਗਿਆ, ਤਾਂ ਕਰਕੇ ਮੈਂ ਸੜ ਗਿਆ, ਤਾਂ ਕਰਕੇ ਮੈਂ ਸੁੱਕ ਗਿਆ। ਇਸੇ ਪ੍ਰਕਾਰ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਜਦੋਂ ਅਸੀਂ ਆਪਣੇ ਮੂਲ ਨਾਲੋਂ ਟੁੱਟ ਜਾਂਦੇ ਹਾਂ
ਤੇ ਜਦੋਂ ਮੂਲ ਨਾਲੋਂ ਟੁੱਟ ਜਾਂਦੇ ਤੇ ਅਸੀਂ ਵੀ ਸੁੱਕ ਜਾਂਦੇ ਹਾਂ। ਫਿਰ ਸਾਡੀ ਜ਼ਿੰਦਗੀ ਦਾ ਕੋਈ ਭਾਰ ਨਹੀਂ ਰਹਿੰਦਾ। ਇਹ ਕਹਾਣੀਆਂ ਨੇ ਇਹਦੇ ਵਿੱਚ ਨੇ ਸਾਨੂੰ ਦੱਸੀਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਸੇ ਕਰਕੇ ਮਹਾਰਾਜ ਨੇ ਕਿਹਾ ਭਾਈ ਗੁਰੂ ਦਾ ਹੁਕਮ ਮੰਨਣਾ ਹੈ ਤੇ ਗਾਵੋ ਸੱਚੀ ਬਾਣੀ। ਉਹ ਹੁਕਮ ਕਿੱਥੋਂ ਮਿਲਣਾ ਹੈ ਤੁਹਾਨੂੰ? ਸੱਚੀ ਬਾਣੀ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ। ਜਦੋਂ ਬਾਣੀ ਪੜ੍ਹਾਂਗੇ, ਬੰਦਗੀ ਕਰਾਂਗੇ, ਗੁਰਬਾਣੀ ਦੇ ਨਾਲ ਆਪਣੀ ਪ੍ਰੀਤ ਬਣਾਵਾਂਗੇ ਤੇ ਜੀਵਨ ਦੇ ਵਿੱਚ ਕੁਝ ਚੰਗਾ ਵਾਪਰ ਸਕਦਾ ਹੈ। ਉਸ ਅਕੱਤ ਦੀ ਕਹਾਣੀ ਅਸੀਂ ਕਰ ਸਕਦੇ ਹਾਂ। ਇਹ ਕਹਾਣੀਆਂ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਾਪਤ ਹੋ ਸਕਦੀਆਂ। ਕਹਿੰਦੇ ਕਿ ਇੱਕ ਜਿਵੇਂ ਉਦਾਹਰਨ ਬੜੀ ਸੁੰਦਰ ਹੈ ਕਿ ਜਿਵੇਂ ਨੌਜਵਾਨ ਪੁੱਤਰ ਕਈ ਵਾਰੀ ਆਪਣੇ ਪਿਓ ਨਾਲ ਝਗੜ ਪੈਂਦਾ ਹੈ ਨਾ ਕਈ ਵਾਰੀ, ਤੇ ਉਹਦੇ ਵਿੱਚ ਮਾਂ ਜਿਹੜੀ ਉਹ ਸੁਲ੍ਹਾ ਕਰਾ ਦਿੰਦੀ ਹੈ। ਮਾਂ ਕਿਵੇਂ ਸੁਲ੍ਹਾ ਕਰਾਉਂਦੀ ਹੈ ਕਿ ਜਦੋਂ ਝਗੜਾ ਹੋ ਗਿਆ ਪਿਓ ਪੁੱਤਰ ਦਾ, ਤੇ ਇੱਧਰ ਪਿਓ ਨੂੰ ਕਹਿ ਦਿੱਤਾ ਕਿ ਤੁਹਾਡਾ ਪੁੱਤਰ ਮੇਰੇ ਕੋਲ ਕਹਿੰਦਾ ਸੀ ਕਿ ਮੈਂ ਬਹੁਤ ਗਲਤ ਕੀਤਾ, ਅੱਜ ਆਪਣੇ ਪਿਓ ਨਾਲ ਲੜ ਪਿਆ, ਬਹੁਤ ਮਾੜੀ ਗੱਲ ਕੀਤੀ। ਤੇ ਉਧਰ ਮਾਂ ਨੇ ਆ ਕੇ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਉਹ ਕਹਿੰਦਾ ਸੀ ਕਿ ਉਹ ਬਹੁਤ ਮਾੜੀ ਗੱਲ ਕੀਤੀ, ਲੜ ਪਿਆ। ਤੇ ਇੱਧਰ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਤੇਰੇ ਪਿਓ ਨੇ ਸਵੇਰ ਦੀ ਰੋਟੀ ਨਹੀਂ ਖਾਧੀ, ਤੂੰ ਉਹਦੇ ਨਾਲ ਲੜਿਆ ਝਗੜਿਆ, ਤੇ ਅੱਜ ਤੇਰਾ ਪਿਓ ਜੇ ਬਾਹਰੋਂ ਆਊਗਾ ਨਾ, ਉਹਨੂੰ ਆਉਂਦਿਆਂ ਹੀ ਜਿਹੜਾ ਹੈ ਉਹਨੂੰ ਪਿਆਰ ਦੇ ਨਾਲ ਉਹਦੇ ਕੋਲ ਮਾਫ਼ੀ ਮੰਗ ਲਈ। ਹੁਣ ਜਦੋਂ ਪੁੱਤਰ ਆਇਆ, ਜਦ ਪਿਓ ਆਇਆ ਬਾਹਰੋਂ, ਤੇ ਪੁੱਤਰ ਨੇ ਆਣ ਕੇ ਕਿਹਾ ਪਿਤਾ ਜੀ ਮੇਰੇ ਕੋਲ ਗਲਤੀ ਹੋ ਗਈ। ਹੁਣ ਪਿਤਾ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਸਿਖਾਇਆ ਕਿੰਨੇ ਹੈ? ਮਾਂ ਨੇ। ਪਰ ਪਿਤਾ ਫਿਰ ਵੀ ਮਾਫ਼ ਕਰ ਦਿੰਦਾ। ਉਹ ਕਹਿ ਦਿੰਦਾ, ਉਹਨੂੰ ਪਤਾ ਹੈ ਕਿ ਬੋਲ ਸਾਰੇ ਮਾਂ ਦੇ ਹਨ, ਤੇ ਉਹ ਮਾਫ਼ ਕਰ ਦਿੰਦਾ ਹੈ ਫਿਰ ਵੀ ਆਪਣੇ ਪੁੱਤਰ ਨੂੰ ਕਿ ਕੋਈ ਗੱਲ ਨਹੀਂ ਪੁੱਤਰਾ, ਜੇ ਤੇਰੇ ਕੋਲ ਗਲਤੀ ਹੋ ਗਈ ਕੋਈ ਗੱਲ ਨਹੀਂ, ਮੈਂ ਤੈਨੂੰ ਮਾਫ਼ ਕਰ ਦਿੰਦਾ। ਤੇ ਗੁਰੂ ਸਾਡੀ ਮਾਂ ਹੈ ਸਾਧ ਸੰਗਤ। ਤੇ ਜਪਜੀ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਵੀ ਪੜ੍ਹਿਆ ਸੀ ਤੇ ਅਸੀਂ ਵੀ ਅੱਜ ਵੀ ਪੜ੍ਹਿਆ ਤੇ ਸਦੀਆਂ ਤੋਂ ਪੜ੍ਹਦੇ ਆ ਰਹੇ ਹਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਪਜੀ ਸਾਹਿਬ ਹੈ। ਤੇ ਉਹੀ ਪੜ੍ਹ ਕੇ ਅਸੀਂ ਵਾਰ-ਵਾਰ ਪੜ੍ਹ ਕੇ ਗੁਰੂ ਦੇ ਕੋਲੋਂ ਭੁੱਲਾਂ ਬਖਸ਼ਾ ਲੈਂਦੇ, ਪਰਮੇਸ਼ਰ ਦੇ ਕੋਲੋਂ, ਪਿਤਾ ਦੇ ਕੋਲੋਂ ਭੁੱਲਾਂ ਬਖਸ਼ਾ ਲੈਂਦੇ। ਗੁਰੂ ਸਾਡੀ ਮਾਂ ਹੈ। ਵਾਰ-ਵਾਰ ਗੁਰਬਾਣੀ ਪੜ੍ਹਾਂਗੇ, ਵਾਰ-ਵਾਰ ਗੁਰਬਾਣੀ ਨੂੰ ਵਾਚਾਂਗੇ, ਵਾਰ-ਵਾਰ ਗੁਰਬਾਣੀ ਦਾ ਸੁਣਾਂਗੇ, ਗਾਵਾਂਗੇ, ਪੜ੍ਹਾਂਗੇ ਤੇ ਜੀਵਨ ਦੇ ਵਿੱਚ ਕ੍ਰਾਂਤੀ ਆ ਜਾਵੇਗੀ। ਗੁਰੂ ਸਾਡੀ ਮਾਂ ਹੈ। ਗੁਰੂ ਸਾਨੂੰ ਸਮਝਾਉਣ ਦਾ, ਬਾਣੀ ਸਾਡੀ ਮਾਂ ਹੈ। ਬੋਲ ਉਹੀ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਬੋਲ ਉਹੀ ਹਨ। ਜਿਵੇਂ ਇੱਕ ਮਾਂ ਦੇ ਬੋਲ ਪੁੱਤਰ ਜਿਹੜਾ ਹੈ ਉਹ ਕਹਿ ਕੇ ਆਪਣੇ ਪਿਤਾ ਦੇ ਕੋਲੋਂ ਮਾਫ਼ ਹੋ ਜਾਂਦਾ ਹੈ, ਇਸੇ ਪ੍ਰਕਾਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਅਕਾਲ ਪੁਰਖ ਆਪਣੇ ਪਿਤਾ ਦੇ ਕੋਲੋਂ ਮਾਫੀਆਂ ਮੰਗ ਸਕਦੇ ਹਾਂ। ਜਪਜੀ ਸਾਹਿਬ ਪੜ੍ਹ ਕੇ, ਗੁਰਬਾਣੀ ਪੜ੍ਹ ਕੇ, ਸਹਿਜ ਪਾਠ ਕਰਕੇ, ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ ਜੀਵਨ ਦੇ ਵਿੱਚ ਕ੍ਰਾਂਤੀ ਲਿਆ ਸਕਦੇ। ਸਤਿਗੁਰਾਂ ਨੇ ਕਿਹਾ ਭਾਈ ਗੁਰੂ ਦਾ ਇੱਕ ਹੁਕਮ ਮੰਨਣਾ ਹੈ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਉਹ ਸੱਚੀ ਬਾਣੀ ਨੂੰ ਭਾਈ ਗਾਵੋ। ਫਿਰ ਸਤਿਗੁਰਾਂ ਨੇ ਕਿਹਾ ਕਹਿ ਨਾਨਕ ਸੁਣੋ ਸੰਤੋ ਅਕਥ ਹੋ ਕਥ ਕਹਾਣੀ। ਸਤਿਗੁਰ ਕਹਿੰਦੇ ਭਾਈ ਫਿਰ ਉਸ ਅਕਥ ਦੀ ਇਹ ਸੰਤ ਜਨੋ ਇਹ ਕਹਾਣੀ ਹੋ ਸਕਦੀ ਹੈ ਜੇ ਗੁਰੂ ਦੇ ਕੋਲ ਆ ਜਾਈਏ, ਜੇ ਗੁਰੂ ਨੂੰ ਆਪਣਾ ਤਨ ਮਨ ਧਨ ਸਾਰਾ ਕੁਝ ਸੌਂਪ ਦਈਏ, ਗੁਰੂ ਦਾ ਹੁਕਮ ਮੰਨ ਲਈਏ ਤੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਗੱਲ ਲੈ ਆਈਏ, ਤੇ ਫਿਰ ਉਸ ਅਕਥ ਦੀਆਂ ਕਹਾਣੀਆਂ ਆਪਾਂ ਕਰ ਸਕਦੇ ਹਾਂ। ਨਹੀਂ ਤੇ ਬੜੇ ਨਿਕਲੇ, ਪਹਿਲੋਂ ਵੀ ਅਰਜ਼ ਕੀਤੀ, ਬੜੇ ਨਿਕਲੇ ਕਥ ਦੀਆਂ ਕਹਾਣੀਆਂ ਕਥਨ ਕਰਨ ਵਾਸਤੇ, ਕੁਝ ਥੱਕ ਗਏ, ਕੁਝ ਹਾਰ ਗਏ, ਕੁਝ ਸਮਾਧੀਆਂ ਲਾ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਹੋਰ ਪਾਸੇ ਚੱਲ ਗਏ। ਪਰ ਜਿਨ੍ਹਾਂ ਨੇ ਗੁਰੂ ਦਾ ਦਰ ਮੰਨ ਲਿਆ, ਗੁਰੂ ਦੇ ਕੋਲੋਂ ਆਣ ਕੇ ਸਿੱਖਿਆ ਪ੍ਰਾਪਤ ਕੀਤੀ, ਉਹਨਾਂ ਨੇ ਕਥ ਦੀਆਂ ਕਹਾਣੀਆਂ ਕੀਤੀਆਂ। ਸੋ ਸਤਿਗੁਰੂ ਰਹਿਮਤ ਕਰਨ ਸਾਡੇ ਜੀਵਨ ਦੇ ਅੰਦਰ ਵੀ ਉਸ ਕਥ ਨੂੰ ਕਥਨ ਦੀਆਂ ਕਹਾਣੀਆਂ ਆ ਜਾਣ ਤਾਂ ਕਿ ਸਾਡੇ ਜੀਵਨ ਦੇ ਵਿੱਚ ਆਨੰਦ ਆ ਸਕੇ। ਸੋ ਸਤਿਗੁਰੂ ਰਹਿਮਤ ਕਰਨ 9 ਪੌੜੀਆਂ ਆਪਾਂ ਕਰ ਚੁੱਕੇ ਹਾਂ। ਇੱਥੇ ਹੀ ਸਮਾਪਤੀਆਂ ਹੋਈਆਂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।